ਹੈਲਥ ਪਲੱਸ ਪ੍ਰੋਗਰਾਮ ਵਿੱਚ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਨਿਤਿਨ ਹਸਪੀਟਲ ਐਂਡ ਆਈਵੀਐਫ ਸੈਂਟਰ, ਜੋ ਕਿ ਪਟਿਆਲਾ ਵਿਖੇ ਆਪਣੀ ਸੇਵਾਵਾਂ ਦੇ ਰਿਹਾ ਹੈ। ਬਾਂਝਪਨ ਦੇ ਮਰੀਜ਼ਾਂ ਲਈ ਇਹ ਹਸਪਤਾਲ ਇੱਕ ਵਰਦਾਨ ਸਾਬਿਤ ਹੋ ਰਿਹਾ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਬੇਔਲਾਦ ਜੋੜੇ ਇੱਥੋਂ ਸੰਤਾਨ ਸੁੱਖ ਦੀ ਪ੍ਰਾਪਤੀ ਕਰ ਚੁੱਕੇ ਹਨ। ਸਾਡੀ ਪੰਜਾਬ ਪਲੱਸ ਦੀ ਟੀਮ ਨੇ ਡਾਕਟਰ ਰਜਨੀ ਗੁਪਤਾ ਜੀ ਨਾਲ ਗੱਲਬਾਤ ਕੀਤੀ, ਜੋ ਕਿ ਬਾਂਝਪਨ ਦੇ ਮਰੀਜ਼ਾਂ ਲਈ ਇੱਕ ਵਰਦਾਨ ਨੇ। ਦਰਸ਼ਕੋ, ਹੈਲਥ ਪਲੱਸ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਡਾਕਟਰ ਰਜਨੀ ਗੁਪਤਾ ਜੀ ਦੇ ਨਾਲ, ਜਿਹੜੇ ਪਿਛਲੇ ਲੰਬੇ ਸਮੇਂ ਤੋਂ ਗਾਇਨੀ ਦੀ ਫੀਲਡ ਦੇ ਵਿੱਚ ਔਰ ਆਈਵੀਐਫ ਦੇ ਫੀਲਡ ਦੇ ਵਿੱਚ ਪਟਿਆਲਾ ਵਿਖੇ ਨਿਤਨ ਹਸਪੀਟਲ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ। ਡਾਕਟਰ, ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਥੈਂਕ ਯੂ ਸੋ ਮਚ। ਡਾਕਟਰ ਸਾਹਿਬ, ਇਨਫਰਟੀਲਿਟੀ ਜਿਹੜੀ ਕਿ ਕਿਸੇ ਸਮੇਂ ਦੇ ਉੱਤੇ ਬਹੁਤ ਹੀ ਜ਼ਿਆਦਾ ਟੈਨਸ਼ਨ ਵਾਲਾ ਮਾਹੌਲ ਹੁੰਦਾ ਸੀ ਜਦੋਂ ਕੋਈ ਇਨਫਰਟਾਈਲ ਹੋ ਜਾਂਦਾ ਸੀ। ਅੱਜ ਤੋਂ 20-25 ਸਾਲ ਪਹਿਲਾਂ ਦੀ ਗੱਲ ਕਰੀਏ, ਲੇਕਿਨ ਅੱਜ ਦੀ ਜਿਹੜੀ ਇਨਫਰਟੀਲਿਟੀ ਹੈਗੀ ਆ ਉਹ ਵੱਧ ਵੀ ਬਹੁਤ ਗਈ ਹੈ ਔਰ ਨਈ ਟੈਕਨੀਕਸ ਦੇ ਨਾਲ ਤੁਸੀਂ ਡਾਕਟਰਾਂ ਨੇ ਉੱਤੇ ਨਿਜ਼ਾਤ ਵੀ ਬਹੁਤ ਪਾ ਲਿਆ। ਕੀ ਕਹਿਣਾ ਚਾਹੋਗੇ? ਡੈਫੀਨਿਟਲੀ ਤੁਸੀਂ ਠੀਕ ਕਹਿੰਦੇ ਹੋ ਕਿ ਅੱਜ ਕੱਲ੍ਹ ਜੇ ਆਪਾਂ ਦੇਖੀਏ ਤਾਂ ਇਨਫਰਟੀਲਿਟੀ ਦਾ ਰੇਟ ਬਹੁਤ ਵੱਧ ਚੁੱਕਿਆ ਹੈ। ਜੇ 10 ਵਿੱਚੋਂ ਆਪਾਂ ਕਹੀਏ 2 ਕਪਲਸ ਇਸ ਤਰ੍ਹਾਂ ਦੇ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈ, ਜਿਹੜੇ ਕਿ ਕਨਸੀਵ ਕਰਨ 'ਚ ਬਹੁਤ ਜ਼ਿਆਦਾ ਜਿਨ੍ਹਾਂ ਨੂੰ ਪ੍ਰੋਬਲਮ ਆਉਂਦੀ ਹੈ। ਪਰ ਇੱਕ ਗੱਲ ਜ਼ਰੂਰ ਮੈਂ ਮੈਂਸ਼ਨ ਕਰਨਾ ਚਾਹੂੰਗੀ ਕਿ ਹਾਲਾਂਕਿ ਇਨਫਰਟੀਲਿਟੀ ਦਾ ਰੇਟ ਵੱਧ ਗਿਆ, ਪਰ ਇਹਦੀ ਟ੍ਰੀਟਮੈਂਟ ਆਪਸ਼ਨਸ ਵੀ ਬਹੁਤ ਜ਼ਿਆਦਾ ਆ ਗਈਆਂ ਨੇ। ਬਹੁਤ ਅੱਛੀਆਂ ਤਕਨੀਕਾਂ ਹੈ ਜਿਨ੍ਹਾਂ ਨਾਲ ਆਪਾਂ ਇਨਫਰਟੀਲਿਟੀ ਦੀ ਪ੍ਰੋਬਲਮ ਨੂੰ ਖਤਮ ਕਰ ਸਕਦੇ ਹਾਂ ਤੇ ਇਸ ਦਾ ਟ੍ਰੀਟਮੈਂਟ ਹੋ ਸਕਦਾ। ਡਾਕਟਰ, ਨਿਤਨ ਹਸਪੀਟਲ ਜਿਹੜਾ ਕਿ ਕੰਬੀਨੇਸ਼ਨ ਹੈ, ਇੱਕ 30-35 ਸਾਲ ਦਾ ਐਕਸਪੀਰੀਅੰਸ ਜਿਹੜਾ ਤੁਹਾਡੀ ਮਦਰ ਇਨ ਲਾ ਦਾ ਹੈਗਾ, ਉਸ ਸਮੇਂ ਤੇ ਜਦੋਂ ਕੋਈ ਵੀ ਗਾਇਨੀ ਦੇ ਜਿਹੜੇ ਹੈਗੇ ਆ ਇੰਸਟਰੂਮੈਂਟਸ, ਇੰਨੀਆਂ ਜ਼ਿਆਦਾ ਚੀਜ਼ਾਂ ਜਿੱਦਾਂ IVF ਆ ਗਿਆ, XC ਆ ਗਿਆ, IUI ਆ ਗਈਆਂ, ਚੀਜ਼ਾਂ ਟੈਕਨੀਕਸ ਆ ਗਈਆਂ। ਕਿਸੇ ਸਮੇਂ ਤੇ ਟੈਕਨੀਕਾਂ ਵੀ ਨਹੀਂ ਸੀਗੀਆਂ ਔਰ ਉਹ ਪੇਟ ਦੇਖ ਕੇ, ਕੁੱਖ ਦੇਖ ਕੇ ਜਿਹੜਾ ਹੈਗਾ ਉਹ ਚੀਜ਼ਾਂ ਨੂੰ ਜੱਜ ਕਰ ਲੈਂਦੇ ਸੀ। ਤੁਹਾਨੂੰ ਇੱਕ ਐਸਾ ਇਸ ਦੇ ਨੈਟਵਰਕ ਮਿਲਿਆ, ਉਹ 30 ਸਾਲ ਦਾ ਐਕਸਪੀਰੀਅੰਸ ਔਰ ਤੁਹਾਡੀ ਨਵੀਂ ਜਿਹੜੀ ਹੈਗੀ ਸਾਇੰਸ ਜਿਸ ਨੂੰ ਤੁਸੀਂ ਅੱਜ ਅਡਾਪਟ ਕਰ ਰਹੇ ਹੋ, ਉਹ ਦੋਨਾਂ ਚੀਜ਼ਾਂ ਦਾ ਕੰਬੀਨੇਸ਼ਨ ਦੇ ਨਾਲ ਕੀ ਇਹ ਕਾਰਨ ਹੈ ਕਿ ਨਿਤਨ ਹਸਪੀਟਲ ਦੇ ਵਿੱਚ ਜਿਹੜੇ ਰਿਜ਼ਲਟਸ ਹੈਗੇ ਆ ਉਹ ਬਹੁਤ ਵਧੀਆ ਆਉਂਦੇ ਨੇ? ਹਾਂ, ਇਹ ਬਹੁਤ ਅੱਛਾ ਕੁਐਸਚਨ ਹੈ। ਐਕਚੁਅਲੀ ਇਨਫਰਟੀਲਿਟੀ ਬਹੁਤ ਤਰ੍ਹਾਂ ਦੀ ਹੁੰਦੀ ਹੈ। ਕੁਝ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਬਾਡੀ ਵਿੱਚ ਕਈ ਪ੍ਰੋਬਲਮਸ ਹੁੰਦੀਆਂ ਜਿਸ ਕਰਕੇ ਬੱਚਾ ਕਨਸੀਵ ਨਹੀਂ ਹੋ ਸਕਦਾ, ਤੇ ਕਈ ਵਾਰ ਕੁਝ ਹੁੰਦਾ ਹੈ ਕਿ ਕਈ ਸਿਚੁਏਸ਼ਨ ਹੁੰਦੀ ਹੈ ਕਿ ਜਿਸ ਵਿੱਚ ਆਪਾਂ ਨੂੰ ਪ੍ਰੋਬਲਮ ਨਜ਼ਰ ਨਹੀਂ ਆਉਂਦੀ। ਸੋ ਜਦ ਆਪਾਂ ਨੂੰ ਪ੍ਰੋਬਲਮ ਨਜ਼ਰ ਆਉਂਦੀ ਹੈ ਤਾਂ ਜਿਵੇਂ ਕਿ ਪੁਰਾਣੀਆਂ ਤਕਨੀਕਾਂ ਸੀ ਕਿ ਆਪਾਂ ਆਪਰੇਸ਼ਨ ਨਾਲ ਉਸ ਪ੍ਰੋਬਲਮ ਨੂੰ ਠੀਕ ਕਰ ਦਿੰਦੇ ਹਾਂ। ਕੋਈ ਟਿਊਬ ਬੰਦ ਹੁੰਦੀ ਹੈ ਤਾਂ ਉਹਨੂੰ ਖੋਲ ਸਕਦੇ ਹਾਂ। ਕੋਈ ਬੱਚੇਦਾਨੀ ਵਿੱਚ ਕੋਈ ਮਾਸ ਜਾਂ ਕੁਝ ਵਧਿਆ ਹੋਇਆ ਉਹਨੂੰ ਠੀਕ ਕਰਦੇ ਹਾਂ ਤੇ ਬੱਚਾ ਜਿਹੜਾ ਕਨਸੀਵ ਹੋ ਜਾਂਦਾ ਹੈ। ਤਾਂ ਉਹ ਹੈ ਪੁਰਾਣੀਆਂ ਤਕਨੀਕਾਂ, ਪਰ ਅਜੇ ਵੀ ਉਹ ਪੂਰੀਆਂ ਜਿਹੜੀਆਂ ਕਿ ਯੂਜ਼ ਹੁੰਦੀਆਂ ਨੇ। ਤੇ ਇਸ ਤੋਂ ਬਾਅਦ ਨਈਆਂ ਤਕਨੀਕਾਂ ਜਿਸ ਵਿੱਚ ਆਪਾਂ ਨੂੰ ਕਾਰਨ ਨਹੀਂ ਪਤਾ ਚੱਲਦਾ, ਸਾਰਾ ਕੁਝ ਜਿਹੜੀਆਂ ਟੈਸਟ ਤੇ ਠੀਕ ਹੁੰਦਾ ਫਿਰ ਵੀ ਆਪਾਂ ਨੂੰ ਕਾਰਨ ਨਹੀਂ ਪਤਾ ਚੱਲਦਾ, ਤਾਂ ਉਹਨਾਂ ਲਈ ਨਈ ਤਕਨੀਕਾਂ ਜਿਵੇਂ ਕਿ IUI, IVF, ਟੈਸਟ ਟਿਊਬ ਬੇਬੀ, XC, ਤੇ ਇਹ ਚੀਜ਼ਾਂ ਉਹਨਾਂ ਵਿੱਚ ਉਹਨਾਂ ਕਪਲਸ ਵਿੱਚ ਜਿਹੜਾ ਕਿ ਸਕਸੈਸ ਦਾ ਕਾਰਨ ਬਣਦੀਆਂ। ਸੋ ਅਗਰ ਕਿਸੇ ਹਸਪੀਟਲ ਵਿੱਚ ਇਹਨਾਂ ਦੋਨਾਂ ਦਾ ਕੰਬੀਨੇਸ਼ਨ ਹੈ ਕਿ ਲੈਪਰੋਸਕੋਪੀ ਜਾਂ ਆਪਰੇਸ਼ਨਸ ਨਾਲ ਸਿਸਟਮ ਠੀਕ ਕੀਤਾ ਜਾ ਸਕਦਾ ਹੈ ਅਤੇ ਨਵੀਆਂ ਤਕਨੀਕਾਂ ਜਿਵੇਂ ਕਿ IUI, IVF, XC ਹੈ, ਤਾਂ ਇਹ ਬੈਸਟ ਕੰਬੀਨੇਸ਼ਨ ਹੈ ਤੇ ਇਸ ਦੇ ਕਾਰਨ ਅਸੀਂ ਜਿਹੜਾ ਕਿ ਬਹੁਤ ਅੱਛੇ ਰਿਜ਼ਲਟਸ ਡਿਲੀਵਰ ਕਰ ਸਕਦੇ ਹਾਂ। ਹੁਣ ਨਿਤਿਨ ਹਸਪੀਟਲ ਦਾ ਲੈਵਲ ਇਸ ਤਰ੍ਹਾਂ ਦਾ ਹੈ ਕਿ ਕੋਈ ਵੀ ਪ੍ਰੋਬਲਮ ਹੈ, ਜੇ ਗਾਇਨੀ ਦੀ ਕੋਈ ਪ੍ਰੋਬਲਮ ਹੈ ਜਾਂ ਇਨਫਰਟੀਲਿਟੀ ਦੀ ਪ੍ਰੋਬਲਮ ਹੈ ਜਾਂ ਪ੍ਰੈਗਨੈਂਸੀ ਰਿਲੇਟਡ ਹਾਈ ਰਿਸਕ ਪ੍ਰੈਗਨੈਂਸੀ ਹੈ, ਤਾਂ ਅਸੀਂ ਉਹਨਾਂ ਨੂੰ ਸ਼ੁਰੂ ਤੋਂ ਲੈ ਕੇ ਜਿਹੜਾ ਕਿ ਐਂਡ ਤੱਕ ਟ੍ਰੀਟਮੈਂਟ ਦੇ ਸਕਦੇ ਹਾਂ। ਸਪੋਜ਼ ਜੇ ਕੋਈ ਪੇਸ਼ੈਂਟ ਇਨਫਰਟੀਲਿਟੀ ਨਾਲ ਆਉਂਦਾ ਜਾਂ ਗਾਇਨੀ ਪ੍ਰੋਬਲਮ ਨਾਲ ਆਉਂਦਾ ਤਾਂ ਸਾਡਾ ਇਹ ਪਹਿਲਾਂ ਜਿਹੜਾ ਟਾਰਗੇਟ ਹੁੰਦਾ ਕਿ ਉਹਨਾਂ ਦੀ ਪਹਿਲਾਂ ਗਾਇਨੀ ਪ੍ਰੋਬਲਮ ਠੀਕ ਕੀਤੀ ਜਾਵੇ। ਫਿਰ ਸੈਕਿੰਡ ਨੰਬਰ ਤੇ ਜੇ ਉਹਨਾਂ ਦੀ ਇਨਫਰਟੀਲਿਟੀ ਹੈ, ਬੱਚਾ ਨਹੀਂ ਹੈ, ਤਾਂ ਉਹਦਾ ਟ੍ਰੀਟਮੈਂਟ
ਜਿਸ ਤਰ੍ਹਾਂ ਵੀ ਹੋ ਸਕਦਾ ਹੈ, ਜੇ ਕੋਈ ਛੋਟਾ ਇਲਾਜ ਜਿਵੇਂ ਕਿ ਕੋਈ ਮੈਡੀਸਨ ਜਾਂ ਛੋਟੇ ਜਿਹੇ ਆਪਰੇਸ਼ਨ ਨਾਲ ਹੋ ਸਕਦਾ ਹੈ, ਜਾਂ ਫਿਰ ਜੇਕਰ ਉਹ ਫੇਲੀਅਰ ਹੈ, ਬਾਹਰੋਂ ਵੀ IVF ਫੇਲਡ ਹੈ ਤੇ ਬੜਾ ਨਿਰਾਸ਼ ਹੈ, ਤਾਂ ਉਹਦਾ ਅਸੀਂ ਫਿਰ ਤੋਂ ਸਾਰਾ ਕੇਸ ਸਟੱਡੀ ਕਰਕੇ IVF ਕਰੀਏ ਜਾਂ ਕੋਈ ਵੀ ਕਿਸ ਤਰ੍ਹਾਂ ਦਾ ਇਲਾਜ ਜੋ ਉਸਨੂੰ ਸੂਟ ਕਰਦਾ ਉਹ ਕਰੀਏ ਤਾਂ ਕਿ ਉਹਦੇ ਕਨਸੀਵ ਹੋ ਜਾਵੇ। ਤੇ ਇਸ ਤੋਂ ਬਾਅਦ ਜੇਕਰ ਕੰਸੈਪਸ਼ਨ ਤੋਂ ਬਾਅਦ ਪ੍ਰੈਗਨੈਂਸੀ ਹੋਣ ਤੋਂ ਬਾਅਦ ਕੋਈ ਵੀ ਹਾਈ ਰਿਸਕ ਫੈਕਟਰ ਹੈ ਤਾਂ ਅਸੀਂ ਉਹਨੂੰ ਡੀਲ ਕਰ ਸਕਦੇ ਹਾਂ, ਤਾਂ ਕਿ ਉਹਦੀ ਪ੍ਰੈਗਨੈਂਸੀ ਹੈ ਜਿਹੜੀ ਬਿਨਾਂ ਕਿਸੇ ਕੰਪਲਿਕੇਸ਼ਨ ਤੋਂ ਪੂਰੀ ਹੋਵੇ ਤੇ ਉਹਨੂੰ ਇੱਕ ਹੈਲਦੀ ਬੇਬੀ ਤੇ ਹੈਲਦੀ ਮਦਰ ਹੀ ਅਸੀਂ ਸਾਰਾ ਟਾਰਗੇਟ ਰਹਿੰਦਾ ਹੈ। ਡਾਕਟਰ ਸਾਹਿਬ, ਮਲਟੀਪਲ IVF ਫੇਲੀਅਰ ਦਾ ਇੱਕ ਬਹੁਤ ਵੱਡਾ ਸੈਂਟਰ ਹੈਗਾ, ਔਰ ਉਹ 'ਚ ਤੁਸੀਂ ਕੀ ਕਾਰਨਾਂ ਦਾ ਕਿ ਤੁਸੀਂ ਡਾਕਟਰ ਸਾਹਿਬ ਮੈਡਮ ਇਹ ਸਾਰੇ ਮਿਲ ਜਾਂਦੇ ਹੋ ਉਹਦੇ ਵਿੱਚ, ਔਰ ਤੁਸੀਂ ਦੋਨੇ ਕਪਲਸ ਨੂੰ ਜਦੋਂ ਕਾਉਂਸਲਿੰਗ ਕਰਦੇ ਹੋ, ਹਸਬੈਂਡ ਵਾਈਫ ਆਉਂਦੇ ਨੇ ਤੁਹਾਡੇ ਕੋਲੇ, ਤਾਂ ਕਈ ਵਾਰੀ ਉਹ ਬਿਲਕੁਲ ਸਿੰਪਲ ਰੀਜ਼ਨਸ ਹੁੰਦੀਆਂ ਲੇਕਿਨ ਘਬਰਾ ਕੇ ਉਹ ਇੰਨੇ ਜ਼ਿਆਦਾ ਘਬਰਾਏ ਹੁੰਦੇ ਹੈਗੇ ਆ, ਔਰ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਮੇਰੀ ਜਿਹੜੀ ਡਿਊਟੀ ਹੈਗੀ ਆ ਕਿ ਮੇਰੀ IVF ਦੀ ਡਿਊਟੀ ਹੈ ਕਿ ਮੈਂ ਤਾਂ ਈਜ਼ੀ ਹੋ ਕੇ IVF ਵਾਲਾ ਜਿਹੜਾ ਮੇਰਾ ਕੇਸ ਉਹਨੂੰ ਸਟੱਡੀ ਕਰਦੀ ਆ, ਉਹਦੇ ਨਾਲ ਇੰਟੈਂਗਲ ਹੁੰਦੀ ਹੈ, ਮੈਨੂੰ ਕੋਈ ਹਸਪੀਟਲ ਦੀ ਟੈਨਸ਼ਨ ਜ਼ਿਆਦਾ ਨਹੀਂ ਮੈਂ ਮਤਲਬ ਆਉਂਦੀ ਹੈਗੀ, ਔਰ ਮਦਰ ਨੂੰ ਜਿਹੜਾ ਹੈਗਾ ਗਾਇਨੀ ਦਾ ਔਰ ਹਰ ਚੀਜ਼ ਦਾ ਮਦਰ ਨੂੰ ਹੈ, ਔਰ ਸਰ ਨੂੰ ਜਿਹੜਾ ਹੈਗਾ ਉਹ ਹਰ ਤਰ੍ਹਾਂ ਦੀ ਸਰਜਰੀ ਦਿੰਦਾ ਹੈਗਾ। ਕੀ ਕਹਿਣਾ ਚਾਹੋ? ਇਸ ਤਰ੍ਹਾਂ ਹੈ ਕਿ ਸਾਡੇ ਇੱਥੇ ਜਿਹੜੇ ਡਾਕਟਰਸ ਹੈ ਉਹ ਆਪਣੇ ਆਪਣੇ ਫੀਲਡ ਦੇ ਸਪੈਸ਼ਲਿਸਟ ਹੈ। ਜੇਕਰ ਮਤਲਬ ਕੋਈ ਵੀ ਕੰਪਲਿਕੇਟਡ ਕੇਸ ਹੈ ਤਾਂ ਅਸੀਂ ਉਹਨੂੰ ਐਜ਼ ਅ ਸਪੈਸ਼ਲਿਸਟ ਡੀਲ ਕਰਦੇ ਹਾਂ। ਜਿਵੇਂ ਕਿ ਜੇ ਲੈਪਰੋਸਕੋਪੀ ਜਾਂ ਕੋਈ ਵੀ ਆਪਰੇਸ਼ਨ ਰਿਲੇਟਡ ਕੰਪਲਿਕੇਸ਼ਨ ਹੈ ਤਾਂ ਉਹਨੂੰ ਮੈਡਮ ਡਾਕਟਰ ਨੀਨਾ ਗੁਪਤਾ ਦੇਖਦੇ ਨੇ, ਜਾਂ ਸਰਜਨ ਡਾਕਟਰ SP ਗੁਪਤਾ, ਡਾਕਟਰ ਨਿਤਿਨ ਗੁਪਤਾ ਦੇਖਦੇ ਨੇ। ਤੇ ਇਸ ਤੋਂ ਬਾਅਦ ਦਾ ਟ੍ਰੀਟਮੈਂਟ ਹੈ, ਜੇਕਰ ਕੋਈ IVF IUI ਜਾਂ ਬਾਹਰੋਂ IVF ਫੇਲੀਅਰਸ ਹੈ ਬਹੁਤ, ਤਾਂ ਉਸਨੂੰ ਅਸੀਂ ਮੁੜ ਸਿਰੇ ਤੋਂ ਜਿਹੜਾ ਸਟੱਡੀ ਕਰਦੇ ਹਾਂ। ਤੇ ਅਸੀਂ ਜਿਹੜਾ IVF ਟੈਸਟ ਟਿਊਬ ਬੇਬੀ ਕਰਦੇ ਹਾਂ, ਅਸੀਂ ਇਹ ਨਹੀਂ ਹੈ ਕਿ ਅਸੀਂ ਇੱਕ ਬੈਚ ਬਣਾ ਕੇ ਜਾਂ ਜਦ ਵੀ ਪੇਸ਼ੈਂਟ ਆਉਂਦਾ ਇਮੀਡੀਏਟਲੀ ਸ਼ੁਰੂ ਕਰਕੇ ਉਸੇ ਮਹੀਨੇ 'ਚ ਉਹਦਾ ਕਰ ਦਈਏ। ਜੇ ਉਹ ਫੇਲੀਅਰ ਹੈ ਤਾਂ ਅਸੀਂ ਉਹਨੂੰ ਪ੍ਰੋਪਰ ਟਾਈਮ ਦਿੰਦੇ ਹਾਂ, ਪਹਿਲਾਂ ਉਹਨਾਂ ਦੀ ਕਾਉਂਸਲਿੰਗ ਕੀਤੀ ਜਾਂਦੀ ਹੈ, ਫਿਰ ਉਹਦੀ ਫਿਟਨੈਸ, ਬੋਡੀ ਫਿਟਨੈਸ ਤੇ ਜ਼ੋਰ ਦਿੱਤਾ ਜਾਂਦਾ, ਉਹਨੂੰ 1-2 ਮੰਥਸ ਦਿੱਤੇ ਜਾਂਦੇ ਨੇ। ਉਸ ਤੋਂ ਬਾਅਦ ਉਹਦੇ ਫੇਲੀਅਰਸ ਦੇ ਕਾਰਨ ਹੈ ਜਿਹੜੇ ਉਹਨਾਂ ਨੂੰ ਸਟੱਡੀ ਕੀਤਾ ਜਾਂਦਾ, ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤੇ ਇਸ ਤੋਂ ਬਾਅਦ ਅਸੀਂ ਉਹਨੂੰ ਪ੍ਰੋਪਰ ਆਪਣੇ ਤਰੀਕੇ ਨਾਲ ਇੰਡੀਵਿਜੂਅਲ ਮਤਲਬ ਟ੍ਰੀਟਮੈਂਟ ਦਿੰਦੇ ਹਾਂ, ਵਿਦਆਊਟ ਐਨੀ ਬੈਚ ਇਕੱਠੇ ਕਰਕੇ। ਹਰ ਰੋਜ਼ ਅਸੀਂ ਅਲੱਗ ਕੇਸ ਕਰਦੇ ਹਾਂ, ਸਾਡਾ ਐਮਬਰੋਲੋਜਿਸਟ ਹੈ ਜਿਹੜਾ ਕਿ ਮਤਲਬ ਹਰ ਕੇਸ ਨੂੰ ਸੈਪਰੇਟਲੀ ਕਰਦਾ ਹੈ ਤਾਂ ਕਿ ਅਸੀਂ ਬੈਸਟ ਰਿਜ਼ਲਟਸ ਦੇ ਸਕੀਏ। ਸੋ ਅਸੀਂ ਆਪਣੇ IVF ਦੇ ਰਿਜ਼ਲਟਸ ਹੈ ਜਿਹੜੇ ਉਹ ਪੇਸ਼ੈਂਟ ਬੇਸਡ ਦਿੰਦੇ ਹਾਂ, ਤੇ ਅਸੀਂ ਇਹ ਪ੍ਰਾਊਡਲੀ ਕਹਿੰਦੇ ਹਾਂ ਕਿ ਅਸੀਂ ਕਿਸੇ ਵੀ ਕੰਪਲਿਕੇਟਡ IVF ਫੇਲੀਅਰਸ ਜਾਂ ਕੋਈ ਵੀ ਕੰਪਲਿਕੇਟਡ ਇਨਫਰਟੀਲਿਟੀ ਪ੍ਰੋਬਲਮ ਨੂੰ ਟ੍ਰੀਟ ਕਰਦੇ ਹਾਂ। ਜਿੱਥੋਂ ਤੱਕ ਕਿ ਇੰਸੀਡੈਂਸ ਦਾ ਗੱਲ ਹੈ ਕਿ ਬਹੁਤ ਸਾਰੀਆਂ ਨਵੀਆਂ ਪ੍ਰੋਬਲਮਸ ਹੈ, ਜਿਵੇਂ ਕਿ PCOD ਹੈ, ਐਂਡੋਮੈਟਰੀਓਸਿਸ ਹੈ, ਔਰ ਹਾਰਮੋਨਲ ਪ੍ਰੋਬਲਮਸ ਹੈ। ਡੈਫੀਨੇਟਲੀ ਇਹਨਾਂ ਦਾ ਇੰਸੀਡੈਂਸ ਵੱਧ ਗਿਆ ਹੈ ਪਹਿਲਾਂ ਨਾਲੋਂ। ਇਸ ਦਾ ਮੇਨ ਕਾਰਨ ਇਹ ਨਹੀਂ ਹੈ ਕਿ ਨਵੀਆਂ ਪ੍ਰੋਬਲਮਸ ਕੋਈ ਨਵੇਂ ਜ਼ਮਾਨੇ ਨਾਲ ਆ ਗਈਆਂ ਨੇ। ਇਸ ਦਾ ਬੇਸਿਕ ਕਾਰਨ ਸਾਡਾ ਲਾਈਫ ਸਟਾਈਲ ਹੈ, ਜਿਹਦੇ ਵਿੱਚ ਬਹੁਤ ਜ਼ਿਆਦਾ ਸਟ੍ਰੈਸ ਹੈ, ਜਿਹਦੇ ਵਿੱਚ ਜਿਹੜੇ ਸਾਡੇ ਪਰਪਸ ਆਫ ਲਿਵਿੰਗ ਹੈ ਉਹ ਐਕਚੁਅਲੀ ਫੈਮਿਲੀ ਨੂੰ ਚਲਾਉਣਾ ਨਹੀਂ ਹੈ ਜਾਂ ਆਪਣੇ ਘਰ 'ਚ ਰਹਿਣਾ ਨਹੀਂ ਹੈ। ਵੀ ਆਰ ਮੋਰ ਪ੍ਰੋਫੈਸ਼ਨਲ ਓਰੀਐਂਟਡ ਪੀਪਲ ਨਾਓ। ਈਵਨ ਜਿਹੜੀਆਂ ਲੜਕੀਆਂ ਵੀ ਹੈ ਉਹ ਪ੍ਰੋਫੈਸ਼ਨਲ ਓਰੀਐਂਟਡ ਹੈ, ਨਾਟ ਫੈਮਿਲੀ ਓਰੀਐਂਟਡ ਨਹੀਂ ਹੈ। ਸੋ ਇਹਨਾਂ ਸਾਰੀਆਂ ਚੀਜ਼ਾਂ ਨਾਲ ਬਹੁਤ ਫਰਕ ਪੈਂਦਾ ਤੁਹਾਡੀ ਜਿਹੜੀ ਕਿ ਆਪਾਂ ਕਹੀਏ ਬੋਡੀ ਹਾਰਮੋਨਸ ਵਿੱਚ, ਤੁਹਾਡੇ ਸਟ੍ਰੈਸ ਲੈਵਲਸ ਨਾਲ ਬਹੁਤ ਸਾਰੀ ਆਲਟਰੇਸ਼ਨਸ ਆਉਂਦੀਆਂ ਤੇ ਡੈਫੀਨੇਟਲੀ ਇਨਫਰਟੀਲਿਟੀ ਦਾ ਕਾਰਨ ਬਣਦਾ ਹੈ। PCOD ਵੀ ਇਹਨਾਂ ਵਿੱਚੋਂ ਇੱਕ ਹੈ ਜਿਹੜੀ ਕਿ ਬੇਸਿਕਲੀ ਇਹ ਕੋਈ ਬਿਮਾਰੀ ਨਹੀਂ ਹੈ, ਇਹੀ ਇੱਕ ਹਾਰਮੋਨਲ ਡਿਸਟਰਬੈਂਸ ਹੈ ਜਿਹੜੀ ਆਪਣਾ ਬਹੁਤ ਜ਼ਿਆਦਾ ਫਾਸਟ ਫੂਡਸ ਖਾਣੇ, ਜਿਹੜੇ ਕਿ ਅਨਹੈਲਦੀ ਫੂਡ ਖਾਣਾ, ਸਹੀ ਟਾਈਮ ਤੇ ਨਹੀਂ ਸੋਣਾ, weight gain ਹੋਣਾ अर्ਲੀ ਏਜ ਵਿੱਚ, ਤੇ ਫਿਜ਼ੀਕਲ ਐਕਟੀਵਿਟੀ ਦਾ ਘੱਟ ਹੋਣਾ, ਇਹਨਾਂ ਸਾਰੀਆਂ ਚੀਜ਼ਾਂ ਨਾਲ ਸਾਰੀ ਬੋਡੀ ਦਾ ਸਿਸਟਮ ਜਿਹੜਾ ਉਹ ਖਰਾਬ ਹੋ ਜਾਂਦਾ, ਜਿਹਦਾ ਕਿ ਰਿਸਪੌਂਸ ਹੈ ਐਜ਼ ਅ PCOD ਦਿਖਦਾ ਸਾਨੂੰ। ਤੇ ਇਹ ਕਈ ਸਿਸਟਮਸ ਨੂੰ ਅਫੈਕਟ ਕਰਦੀ ਹੈ ਬੋਡੀ ਦੇ, ਐਂਡ ਸਾਰੀ ਉਮਰ ਵਿੱਚ ਇਹ ਡਿਫਰੈਂਟ ਤਰੀਕੇ ਨਾਲ ਆਪਣੇ ਸਾਹਮਣੇ ਆਉਂਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਸਾਡੀ ਲਾਈਫ ਸਟਾਈਲ ਨਾਲ ਰਿਲੇਟਡ ਹੈ। ਆਉਣ ਵਾਲੇ ਟਾਈਮ ਵਿੱਚ ਇਹਨਾਂ ਨੂੰ ਜੇ ਆਪਾਂ ਇੰਸੀਡੈਂਸ ਘੱਟ ਕਰਨਾ ਚਾਹੁੰਦੇ ਹਾਂ, ਇਹਨਾਂ ਨੂੰ ਫੇਸ ਤਾਂ ਕਰਨਾ ਹੀ ਪਏਗਾ। ਤੇ ਸੋ ਆਪਣਾ ਲਾਈਫ ਸਟਾਈਲ ਚੇਂਜ ਕਰਨਾ ਪਏਗਾ, ਈਟਿੰਗ ਹੈਬਿਟਸ ਚੇਂਜ ਕਰਨੀਆਂ ਪੈਣਗੀਆਂ, ਆਪਣੇ ਕੰਮ ਕਰਨ ਦਾ ਤਰੀਕਾ ਚੇਂਜ ਕਰਨਾ ਪਏਗਾ, ਤਾਂ ਉਸੇ ਤਰ੍ਹਾਂ ਹੀ ਇਹ ਇਹਨਾਂ ਚੀਜ਼ਾਂ ਨਾਲ ਟੈਕਲ ਕੀਤਾ ਜਾ ਸਕਦਾ। ਦੇਖਿਆ ਜਾਵੇ ਤਾਂ ਹੁਣ ਜਿਸ ਤਰ੍ਹਾਂ ਆਪਣੇ ਟਾਈਮ ਨਾਲ ਆਪਣਾ ਕਲਚਰ ਚੇਂਜ ਹੋ ਰਿਹਾ ਹੈ, ਵੀ ਆਰ ਗੋਇੰਗ ਮੋਰ ਅਬਾਊਟ ਵੈਸਟਰਨਾਈਜ਼ਡ ਕਲਚਰ। ਸੋ ਉਹਦੇ ਨਾਲ ਬਹੁਤ ਸਾਰੀਆਂ ਚੇਂਜਿਸ ਆ ਗਈਆਂ। ਇੱਕ ਹਰ ਚੀਜ਼ ਦਾ ਇੱਕ ਦੇਖਣ ਦਾ ਤਰੀਕਾ ਬਦਲ ਗਿਆ ਇਸ ਨਾਲ। ਡੈਫੀਨੇਟਲੀ ਦੇਰ ਆਰ ਚੇਂਜਿਸ। ਹੁਣ ਲੜਕੀਆਂ ਦੀ ਪਿਊਬਰਟੀ ਜਲਦੀ ਅਟੇਨ ਹੋਣੀ ਸ਼ੁਰੂ ਹੋ ਗਈ ਹੈ, ਪੀਰੀਅਡਸ ਦੀ ਡੇਟ ਜਿਹੜੀ ਹੈ ਏਜ ਵੀ ਜਲਦੀ ਹੋ ਗਈ ਹੈ।
ਇਸ ਤੋਂ ਬਾਅਦ ਜਿਵੇਂ ਆਪਾਂ PCOD ਦੀ ਗੱਲ ਕੀਤੀ, ਹਾਰਮੋਨਲ ਪ੍ਰੋਬਲਮਸ ਵੀ ਇਨਕਰੀਜ਼ ਹੋ ਗਈਆਂ ਹੈ। ਇਸ ਤੋਂ ਉੱਪਰ ਇਹ ਹੈ ਕਿ ਮੈਰਿਜਸ ਵੀ ਲੇਟ ਹੋਣ ਲੱਗ ਗਈਆਂ, ਸੋ ਮੈਰਿਜ ਦੀ ਏਜ ਫਰੋਮ 20s ਤੋਂ ਹੁਣ 30s ਤੇ ਆ ਗਈ ਹੈ। ਤੇ ਇਸ ਤੋਂ ਬਾਅਦ ਫਿਰ ਪ੍ਰੈਗਨੈਂਸੀ ਇਸ ਤੋਂ ਜ਼ਿਆਦਾ ਲੇਟ ਹੋ ਗਈ ਹੈ। ਤਾਂ ਮੈਂ ਆਪਣੇ ਪੇਸ਼ੈਂਟਸ ਨੂੰ ਕਹਿੰਦੀ ਹਾਂ ਕਿ ਜਿਹੜੀ ਰੱਬ ਨੇ ਸ਼ੁਰੂ ਤੋਂ ਆਪਾਂ ਨੂੰ ਇਹ ਸਿਸਟਮ ਬਣਾਇਆ ਉਹ ਤਾਂ ਸੇਮ ਹੀ ਹੈ ਕਿ ਪ੍ਰੈਗਨੈਂਸੀ ਕੈਨ ਬੀ ਬੈਸਟ ਅਚੀਵਡ ਇਨ 20s, ਤੇ ਇਸ ਤੋਂ ਬਾਅਦ ਜਦੋਂ 30s ਤੋਂ ਬਾਅਦ ਇਹਦੀ ਜਿਹੜੀ ਹੈ ਫਰਟੀਲਿਟੀ ਹੈ ਵਿਮਨ ਦੀ ਘਟ ਜਾਂਦੀ ਹੈ। ਪਰ ਐਕਚੁਅਲੀ ਆਪਣਾ ਜੋ ਮੈਰਿਜੇਬਲ ਏਜ ਹੈ, ਪ੍ਰੈਗਨੈਂਸੀ ਏਜ ਹੈ, ਉਹ ਡਿਲੇ ਹੁੰਦੀ, ਲੇਟ ਹੁੰਦੀ ਜਾ ਰਹੀ ਹੈ। ਸੋ ਪ੍ਰੋਬਲਮਸ ਤਾਂ ਡੈਫੀਨੇਟਲੀ ਵਧਦੀਆਂ ਹੀ ਹੈ, ਤੇ ਇਹੀ ਕਾਰਨ ਹੈ ਕਿ ਇਨਫਰਟੀਲਿਟੀ ਵੱਧ ਗਈ ਹੈ। ਲੋਕਾਂ ਨੂੰ ਜ਼ਿਆਦਾ ਟ੍ਰੀਟਮੈਂਟਸ ਲੈਣੇ ਪੈ ਰਹੇ ਹੈ। ਸੋ ਇਹ ਸਾਰਾ ਚੇਂਜ ਹੈ ਜਿਹੜਾ ਇਹ ਬਿਕੋਜ਼ ਆਫ ਆਰ ਕਲਚਰ ਤੇ ਆਪਣੀ ਮੋਰ ਵਿਮਨ ਇੰਪਾਵਰਮੈਂਟ ਤੇ ਮੋਰ ਜਿਹੜੀਆਂ ਲੇਡੀਜ਼ ਹੈ ਉਹ ਪ੍ਰੋਫੈਸ਼ਨਲ ਹੁੰਦੀਆਂ ਤੇ ਇਕਨੋਮਿਕਲੀ ਤੇ ਫਾਈਨੈਂਸ਼ਲੀ ਇੰਡੀਪੈਂਡੈਂਟ ਹੋਣਾ ਚਾਹੁੰਦੀਆਂ, ਤਾਂ ਇਹ ਸਾਰਾ ਕੁਝ ਹੁਣ ਇਹ ਕਲਚਰ ਚੇਂਜ ਕਰਕੇ ਹੋ ਰਿਹਾ ਹੈ। ਸੋ ਡੈਫੀਨੇਟਲੀ ਇਹਦੇ ਨਾਲ ਇਨਫਰਟੀਲਿਟੀ ਤੇ ਹੋਰ ਪ੍ਰੋਬਲਮਸ ਜਿਹੜੀਆਂ ਵੱਧ ਰਹੀਆਂ। ਡਾਕਟਰ ਸਾਹਿਬ, ਨਿਤਨ ਹਸਪੀਟਲ ਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਅੱਜ ਇੱਥੇ ਮਾਡਰਨ ਤੋਂ ਮਾਡਰਨ ਜਿਹੜੀ ਹੈਗੀ ਆ ਤੁਹਾਡੀ IVF ਲੈਬ ਹੈ ਔਰ ਨਈਆਂ ਚੀਜ਼ਾਂ ਹੈਗੀਆਂ, ਔਰ ਇਹ ਸੈਂਟਰ ਕੇਵਲ ਆਪਾਂ ਫੀਮੇਲ ਫਰਟੀਲਿਟੀ ਦਾ ਨਹੀਂ ਕਹੀਏ, ਮੇਲ ਇਨਫਰਟੀਲਿਟੀ ਦਾ ਵੀ ਇਹ ਸੈਂਟਰ ਇੱਕ ਬਹੁਤ ਵਧੀਆ ਸੈਂਟਰ ਹੈ। ਕਿਉਂਕਿ ਡਾਕਟਰ ਨਿਤਨ ਔਰ ਤੁਸੀਂ ਜਦੋਂ ਮਿਲ ਕੇ ਕਾਉਂਸਲਿੰਗ ਕਰਦੇ ਹੋ, ਕੋਈ ਵੀ ਉਹਨਾਂ ਦੇ ਸਪਰਮਸ ਦੀ ਕਮੀ ਹੈ, ਸਪਰਮਸ ਘੱਟ ਨੇ, ਤਾਂ ਆਪਾਂ XC ਦੀ ਗੱਲ ਕਰ ਲਈਏ, ਹੋਰ ਨਵੇਂ ਵਿਧੀਆਂ ਦੀ ਗੱਲ ਕਰ ਲਈਏ, ਤਾਂ ਇਸ ਹਸਪੀਟਲ ਦੇ ਵਿੱਚ ਹਰ ਚੀਜ਼, ਚਾਹੇ ਉਹ ਮੇਲ ਇਨਫਰਟਾਈਲ ਹੈ ਚਾਹੇ ਉਹ ਫੀਮੇਲ ਹੈ, ਤਾਂ ਹਰ ਚੀਜ਼ ਦਾ ਇੱਕ ਕੰਪਲੀਟ ਸੈਂਟਰ। ਬਿਲਕੁਲ। ਨਿਤਿਨ ਹਸਪੀਟਲ ਵਿੱਚ ਅਸੀਂ ਇਨਫਰਟੀਲਿਟੀ ਰਿਲੇਟਡ ਹਰ ਪ੍ਰੋਬਲਮ ਨੂੰ ਡੀਲ ਕਰ ਸਕਦੇ ਹਾਂ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਸਾਡੇ ਕੋਲ ਸਾਰੇ ਫੀਲਡਸ ਦੇ ਸਪੈਸ਼ਲਿਸਟ ਹੈ। ਜੇਕਰ ਮੇਲ ਇਨਫਰਟੀਲਿਟੀ ਜਾਂ ਜਿਵੇਂ ਆਪਾਂ ਕਹਿੰਦੇ ਸ਼ੁਕਰਾਣੂਆਂ ਦੀ ਕਮੀ ਦੀ ਪ੍ਰੋਬਲਮ ਨੂੰ ਦੇਖੀਏ ਤਾਂ ਉਸ ਹਿਸਾਬ ਨਾਲ ਸਾਡੇ ਕੋਲ ਐਂਡ ਸਰਜਨ ਤੇ ਐਂਡਰੋਲੋਜਿਸਟ ਹੈ ਜਿਹੜੇ ਕਿ ਸਪੈਸ਼ਲੀ ਇਸ ਫੀਲਡ ਨੂੰ ਡੀਲ ਕਰਦੇ ਨੇ। ਇਸ ਫੀਲਡ ਵਿੱਚ ਉਹਨਾਂ ਦੀ ਮਹਾਰਤ ਹੈ। ਜਿਵੇਂ ਕਿ ਜੇ ਸਪਰਮਸ ਸ਼ੁਕਰਾਣੂ ਘੱਟ ਹੋਣ ਤਾਂ ਜਾਂ ਬਿਲਕੁਲ ਨਿਲ ਹੋਣ ਤਾਂ ਉਹਦੇ ਵਿੱਚ ਜਿਹੜੀ ਬਾਇਓਪਸੀ ਲੈ ਕੇ ਅਸੀਂ ਬਹੁਤ ਅੱਛੀ ਟੈਕਨੀਕ ਜਿਹਨੂੰ ਕਿ ਟੀਜ਼ਾ ਕਹਿੰਦੇ ਆ, ਪੀਜ਼ਾ ਅਸੀਂ ਉਹ ਟੈਕਨੀਕ ਕਰਦੇ ਹਾਂ। ਤੇ ਜੇ ਬਿਲਕੁਲ ਸ਼ੁਕਰਾਣੂ ਨਿਲ ਹੋਣ ਤਾਂ ਵੀ ਅਸੀਂ ਉਹਨਾਂ ਵਿੱਚ ਸਪਰਮਸ ਹੈ ਜਿਹੜੇ ਸ਼ੁਕਰਾਣੂ ਲੈ ਸਕਦੇ ਹਾਂ ਬਾਇਓਪੀਸ ਟੈਸਟ ਕਰਕੇ, ਬਾਇਓਪਸੀ ਕਰਕੇ। ਤੇ ਬਹੁਤ ਸਾਰੇ ਕੇਸ ਅਸੀਂ ਇਸ ਤਰ੍ਹਾਂ ਦੇ ਸਕਸੈਸਫੁਲ ਕੀਤੇ ਜਿਨ੍ਹਾਂ ਨੂੰ ਕਿ ਬਿਲਕੁਲ ਕੋਈ ਆਸ ਨਹੀਂ ਸੀ ਸ਼ੁਕਰਾਣੂ ਨਿਲ ਹੋਣ ਕਰਕੇ, ਤੇ ਉਹ ਬੱਚਾ ਲੈ ਕੇ ਆਪਣੇ ਘਰ ਗਏ। ਤੇ ਉਸ ਤੋਂ ਬਾਅਦ ਅਸੀਂ ਸ਼ੁਕਰਾਣੂ ਲੈ ਕੇ ਉਹਨਾਂ ਦੇ ਇਕਸੀ ਕਰ ਦਿੰਦੇ ਹਾਂ, ਇੱਕ ਐਗ ਵਿੱਚ ਇੱਕ ਸਪਰਮ ਪਾ ਦਿੰਦੇ ਹਾਂ, ਤੇ ਡੈਫੀਨੇਟਲੀ ਉਹਨਾਂ ਵਿੱਚ ਪੂਰੇ ਚਾਂਸ ਹੁੰਦੇ ਆ ਕਨਸੀਵ ਕਰਨ ਦੇ। ਡਾਕਟਰ ਸਾਹਿਬ, ਇਹ ਹਸਪੀਟਲ ਜਿਹੜਾ ਓਸਾਈਡ ਫ੍ਰੀਜ਼ਿੰਗ ਦੀ ਗੱਲ ਕਰ ਲਈਏ, ਆਪਾਂ ਐਗ ਫ੍ਰੀਜ਼ਿੰਗ ਦੀ ਗੱਲ ਕਰ ਲਈਏ, ਆਪਾਂ ਸਪਰਮ ਬੈਂਕ ਦੀ ਗੱਲ ਕਰ ਲਈਏ, ਤਾਂ ਇਹ ਹਸਪੀਟਲ ਦੇ ਵਿੱਚ ਹਰ ਤਰ੍ਹਾਂ ਦੀ ਜਿਹੜੀ ਹੈਗੀ ਆ ਮਾਡਰਨ ਜਿਹੜੀਆਂ ਹੈਗੀਆਂ ਟੈਕਨੀਕਸ ਹੈਗੀਆਂ, ਕਿਉਂਕਿ ਅੱਜ ਕੱਲ੍ਹ ਲੜਕੀਆਂ ਕੈਰੀਅਰ ਓਰੀਐਂਟਡ ਹੈਗੀਆਂ। ਕਈ ਵਾਰ ਕੈਂਸਰ ਦੀ ਅਕਰਸ਼ਨ ਦੇ ਨਾਲ ਆਪਾਂ ਗੱਲ ਕਰ ਲਈਏ ਕਿ ਉਹ ਲੋਕ ਓਸਾਈਡ ਫ੍ਰੀਜ਼ਿੰਗ ਦੀ ਗੱਲ ਕਰਦੇ ਆ। ਮੇਲਸ ਨੂੰ ਕਈ ਵਾਰ ਇੱਦਾਂ ਹੁੰਦਾ ਕਿ ਅਸੀਂ ਫੋਰਨ ਜਾਣਾ ਹੈਗਾ ਤੇ ਸਾਡਾ ਮਤਲਬ ਜਿਹੜਾ ਸੀਮਨ ਹੈਗਾ, ਜਦੋਂ ਅਸੀਂ ਯੰਗ ਹੈਗੇ ਆ, ਕਈ ਵਾਰ 10-10 ਸਾਲ ਆਰਮੀ ਵਾਲੇ ਬੰਦੇ ਹੈਗੇ ਆ, ਕੀ ਕਹਿਣਾ ਚਾਹੋ? ਹਾਂ ਬਿਲਕੁਲ, ਇਹ ਸਾਰੀਆਂ ਗੱਲਾਂ ਠੀਕ ਨੇ। ਹੁਣ ਇਸ ਤਰ੍ਹਾਂ ਦੀਆਂ ਸੁਵਿਧਾਵਾਂ ਉਪਲਬਧ ਹਨ ਜਿਨ੍ਹਾਂ ਵਿੱਚ ਕਿ ਅਸੀਂ ਜੇਕਰ ਮੇਲ ਪਾਰਟਨਰ ਹੈ ਉਹ ਨਹੀਂ ਅਵੇਲੇਬਲ ਹੈ ਸਾਰਾ ਟਾਈਮ, ਜਿਵੇਂ ਕਿ ਹਸਬੈਂਡ ਨੇ ਜੇਕਰ ਵਿਦੇਸ਼ 'ਚ ਜਾਣਾ ਹੈ ਤੇ ਉਹ ਸਿਰਫ 1 ਜਾਂ 2 ਵਾਰ ਆ ਸਕਦਾ ਹੈ, ਜਾਂ ਫਿਰ ਕਿ ਕੋਈ ਹੋਰ ਪ੍ਰੋਬਲਮ ਹੈ, ਜਿਵੇਂ ਕਿ ਕੋਈ ਉਹਨਾਂ ਦਾ ਇਲਾਜ ਸ਼ੁਰੂ ਹੋਣਾ ਹੈ ਕੈਂਸਰ ਦਾ, ਜਾਂ ਕੋਈ ਡਾਇਬਟਿਕ ਹੈ ਜੋ ਕਿ ਹਰ ਵਾਰ ਸੈਂਪਲ ਨਹੀਂ ਦੇ ਸਕਦਾ, ਤਾਂ ਉਹਨਾਂ ਲਈ ਸਾਡੇ ਕੋਲ ਸਪਰਮ ਬੈਂਕ ਹੈ ਔਰ ਅਸੀਂ ਉਹਨਾਂ ਦੇ ਸੈਂਪਲ ਫ੍ਰੀਜ਼ ਕਰ ਲੈਂਦੇ ਹਾਂ। ਤੇ ਜਦੋਂ ਵੀ IVF ਕਰਨਾ ਹੈ, ਚਾਹੇ ਉਹਦੇ ਵਿੱਚ ਕਿੰਨਾ ਵੀ ਸਮਾਂ ਹੋਵੇ, ਤਾਂ ਉਸ ਟਾਈਮ ਉਹ ਸ਼ੁਕਰਾਣੂ ਦਾ ਸੈਂਪਲ ਯੂਜ਼ ਹੋ ਜਾਂਦਾ ਹੈ। ਤੇ ਪ੍ਰੋਪਰ ਬਹੁਤ ਸਾਰੇ ਕੇਸ ਅਸੀਂ ਕਰ ਚੁੱਕੇ ਹਾਂ ਜਿਹੜੇ ਕਿ ਸਕਸੈਸਫੁਲ ਰਹੇ ਨੇ, ਇਹਨਾਂ ਵਿੱਚ ਕੋਈ ਸਕਸੈਸ ਰੇਟ 'ਚ ਕਮੀ ਨਹੀਂ ਆਉਂਦੀ ਹੈ। ਤੇ ਜਿੱਥੋਂ ਤੱਕ ਐਗ ਫ੍ਰੀਜ਼ਿੰਗ ਦਾ ਸਵਾਲ ਹੈ, ਇਹ ਵੀ ਇੱਕ ਬਹੁਤ ਅੱਛੀ ਆਪਸ਼ਨ ਹੈ ਕਿ ਜੇਕਰ ਲੇਡੀ ਹੈ ਜੋ ਕਿ ਉਹ ਹਜੇ ਮੈਰਿਜ ਨਹੀਂ ਕਰਵਾਉਣਾ ਚਾਹੁੰਦੇ ਜਾਂ ਪ੍ਰੋਫੈਸ਼ਨਲ ਕੋਈ ਕਮਿਟਮੈਂਟ ਕਰਕੇ ਪ੍ਰੈਗਨੈਂਸੀ ਨਹੀਂ ਕਰ ਸਕਦੇ ਤੇ ਉਹਨਾਂ ਦੀ ਏਜ ਵੱਧ ਰਹੀ ਹੈ, ਕਿਉਂਕਿ ਔਰਤਾਂ ਵਿੱਚ ਜਿਹੜੀ ਐਗ ਦੀ ਕੁਆਲਿਟੀ ਹੁੰਦੀ ਹੈ ਉਹ ਕਿਸੇ ਏਜ ਤੱਕ ਹੀ ਠੀਕ ਰਹਿੰਦੀ ਹੈ। 35 ਸਾਲਾਂ ਤੋਂ ਬਾਅਦ ਇਹ ਡਾਊਨ ਹੋਣੀ ਸ਼ੁਰੂ ਹੋ ਜਾਂਦੀ ਹੈ। ਤੇ ਜੇਕਰ ਹਜੇ ਪ੍ਰੈਗਨੈਂਸੀ ਉਹ ਡਿਲੇ ਕਰਨਾ ਚਾਹੁੰਦੇ ਆ ਤਾਂ ਪਹਿਲਾਂ ਆਪਣੇ ਐਗ ਦੀ ਫ੍ਰੀਜ਼ਿੰਗ ਕਰ ਸਕਦੇ ਆ। ਤਾਂ ਇਹ ਸਾਡੇ ਕੋਲ ਸਾਰੀਆਂ ਸੁਵਿਧਾਵਾਂ ਹਨ। ਅਸੀਂ ਐਗ ਫ੍ਰੀਜ਼ ਕਰਦੇ ਹਾਂ ਤਾਂ ਕਿ ਉਹ ਲੇਟਰ ਟਾਈਮ 'ਚ ਯੂਜ਼ ਹੋ ਜਾਣ ਇਕਸੀ ਕਰਕੇ। ਤੇ ਸਪਰਮ ਫ੍ਰੀਜ਼ ਕੀਤੇ ਜਾਂਦੇ ਨੇ ਜਿਹੜੇ ਕਿ ਬਹੁਤ ਸਾਰੇ ਕਪਲਸ ਹੈ ਅਬਰੋਡ ਤੋਂ ਆ ਕੇ ਉਹਨਾਂ ਦੇ ਹਸਬੈਂਡਸ ਇੱਕ ਵਾਰ ਆਉਂਦੇ ਨੇ, ਉਹ ਆਪਣਾ ਸਪਰਮ ਫ੍ਰੀਜ਼ ਕਰਾ ਜਾਂਦੇ ਨੇ ਤੇ ਉਹ ਲੇਡੀ ਹੈ ਜਿਹੜੀ ਉੱਥੇ ਰਹਿ ਸਕਦੇ ਹਨ ਤੇ ਆਪਣਾ ਟ੍ਰੀਟਮੈਂਟ ਪੂਰਾ ਕਰਾ ਸਕਦੇ।
ਡਾਕਟਰ ਰਜਨੀ, ਯੂ ਆਰ ਐਨ ਇੰਸਟੀਟਿਊਸ਼ਨ, ਯੂ ਹੈਵ ਗੋਟ great data, ਔਰ ਅਸੀਂ ਚਾਹਾਂਗੇ ਕਿ ਇਸ ਚੈਨਲ ਦੇ ਮਾਧਿਅਮ ਤੇ ਤੁਹਾਡੇ ਅੱਗੇ ਡਾਕਟਰ ਜਿਹੜੇ ਨਈਆਂ ਟੈਕਨੀਕਸ ਦੇ ਨਾਲ ਲੈਸ ਨੇ ਔਰ ਹਮੇਸ਼ਾ ਪੋਜ਼ਿਟਿਵਿਟੀ ਦੇ ਵਿੱਚ, ਹਮੇਸ਼ਾ ਫੇਸ ਇੰਪ੍ਰੈਸ਼ਨ ਤੁਸੀਂ ਲਾਈਟ ਰੱਖ ਕੇ ਪੇਸ਼ੈਂਟਸ ਨੂੰ ਲਾਈਟਨੈਸ ਦੇ ਨਾਲ ਔਰ ਜਿਸ ਤਰੀਕੇ ਨਾਲ ਫ੍ਰੀ ਹੈਂਡ ਸਿਰਫ IVF ਦੇ ਲਈ ਤੁਸੀਂ ਰੱਖਿਆ ਹੋਇਆ ਹੈ, ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ, ਮੈਂ ਵੀ ਤੁਹਾਡੀ ਬਹੁਤ ਸ਼ੁਕਰਗੁਜ਼ਾਰ ਹਾਂ ਮੈਨੂੰ ਇਹ ਮੌਕਾ ਦੇਣ ਲਈ, ਤੇ ਮੈਂ ਕੋਸ਼ਿਸ਼ ਕਰਾਂਗੀ ਕਿ ਮੈਂ ਹੋਰ ਜਾਣਕਾਰੀ ਲਈ ਵੀ ਤੁਹਾਨੂੰ ਇਸ ਚੈਨਲ ਤੇ ਆਉਂਦੀ